सच्चे पातशाह गरीब नवाज दीन दुनिया दे मालक चवर छत्र तखत दे मालक सतगुरु गरीब नवाज सच्चे पातशाह जी दी पवित्र पावन हाजरी विखे सुभाईमान साध संगत जी, पिछले लंबे समय तो आप जी ਸਰੋਤੇ बन के सजे हुए हो और सतगुरु जी दी पवित्र बाणी दा रस पीना कीर्तन बड़े ही प्यार नाल वख-वख जत्थियां तो आप जी ने सरवण कीता है। 2 मिनट सावधान हो के गुरमंत्र दा जाप कर लो, फिर 1-2 बेनतियां करके दास ने खिमा मंगनी है। सत्कारयोग बाबा जी भी आ रहे हैं, सावधान होवो। प्रेम नाल गज के कहो जी वाहेगुरु 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 वाहेगुरु। बड़े प्यार नाल गज के फतेह बुलाओ। वाहिगुरु जी का खालसा वाहिगुरु जी की फतेह। आप जी सच्चे पातशाह जी दी पवित्र बाणी दा कीर्तन सरवण कर रहे हो। राग नट दे विच धन गुरु रामदास साहब कृपा करदे है। बाणी गुरु गुरु है, बाणी विच बाणी अमृत सारे। सतगुरु की हन, गुरु साहब बाणी रूप हन ते बाणी की है, बाणी साडी सतगुरु है। बाणी विच सारे अमृत हन। 3 इत्थे दे गुरमुखां ने कीते है। ध्यान नाल पंक्ति सुनियो, सावधान हो, गज के आखो वाहेगुरु। बाणी गुरु गुरु है, बाणी विच बाणी अमृत सारे। एक सारे दा अर्थ कीता आपां हर बंदा ही कर लैंदा अपनी बुद्धि मुताबिक। सारे किनू कहंदे? समूह नूं भी सारे कहंदे। किन्ने जणे होण कहंदे सारे है। एक अर्थ ते गुरमुख करदे है भी जिन्ने अमृत ने सारे बाणी विच ही ने। जिन्ने अमृत ने किथे किथे अमृत मनदे आ। चंद्रमा दियां जड़ियां रिशमां ने ना, इहदे विच भी अमृत मनदे आ भी इहदे विच भी अमृत हुंदा। फिर समुंदर विच भी अमृत मनदे आ, दुध नूं भी अमृत मनदे आ। पर मनदे आ अमृत होण विच ते मनण विच बड़ा फर्क है। एक अर्थ ते गुरमुख करदे है कि बाणी दे विच जिन्ने अमृत ने सारे बाणी विच ही ने। विच बाणी अमृत सारे। दूजा फरीदकोटीए एक टीका लिखदे है। बड़े बड़े महापुरख रब दे प्यारे बंदगी वाले इकट्ठे होए। उन्होंने गुरु ग्रंथ साहब महाराज जी की पवित्र बाणी के अर्थ किए और उन्होंने अर्थां नूं साध संगत जी कलमबद्ध किया। वो इस पंक्ति के अर्थ की करते ने, हिंदी विच करते हैं। ये भी ध्यान नाल सुनियो। बाणी गुरु गुरु है, बाणी बाणी गुरु रूप है और गुरु बाणी रूप है। विच बाणी अमृत सारे। वो सारे का की अर्थ करते हैं?
ਉਹ ਕਹਿੰਦੇ ਆ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਗੁਰਬਾਣੀ ਮੇਂ ਸਭ ਜਗ੍ਹਾ ਅੰਮ੍ਰਿਤ ਹੀ ਹੈ। ਜਿੱਥੋਂ ਪੰਕਤੀ ਪੜ੍ਹ ਲਓ, ਜਿੱਥੋਂ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਸੇਧ ਲੈ ਲਓ, ਅੰਮ੍ਰਿਤ ਹੀ ਹੈ। ਤੇ ਇੱਕ ਅਰਥ ਪ੍ਰੋਫੈਸਰ ਸਾਹਿਬ ਸਿੰਘ ਜੀ ਲਿਖਦੇ ਆ, ਉਹ ਕਹਿੰਦੇ ਆ ਜਿਹੜੀ ਬਾਣੀ ਹੈ ਨਾ, ਇਹੋ ਹੀ ਸਾਡੀ ਸਤਿਗੁਰੂ ਹੈ ਤੇ ਸਤਿਗੁਰੂ ਬਾਣੀ ਦੇ ਰੂਪ ਨੇ, ਤੇ ਸਿੱਖ ਇਹਨੂੰ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖਦਾ। ਸਾਰੇ ਦਾ ਅਰਥ ਹੈ ਸੰਭਾਲ ਕੇ ਰੱਖਣਾ। ਹੁਣ ਥੋੜਾ ਜਿਹਾ ਦਾਸ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕਰੇ, ਸਾਵਧਾਨ ਹੋ ਕੇ ਸੁਣਨ ਵਾਲਾ ਵਿਸ਼ਾ ਹੈ। ਬਾਣੀ ਸਾਡੇ ਅੰਦਰ ਜਾਂਦੀ ਕਿਵੇਂ ਹੈ? ਕਈ ਵਾਰੀ ਕੀ ਹੁੰਦਾ ਹੈ, ਸਾਰੀ ਉਮਰ ਸਾਧ ਸੰਗਤ ਜੀ ਬਾਣੀ ਬੰਦਾ ਪੜ੍ਹਦਾ ਹੈ ਪਰ ਧਿਆਨ ਨਹੀਂ ਦਿੰਦਾ, ਬਾਣੀ ਹਿਰਦੇ ਵਿੱਚ ਨਹੀਂ ਜਾਂਦੀ। ਆਪਾਂ ਵੇਖ ਲਈਏ ਜਿਹੜੇ ਸ਼ਬਦ ਪੜ੍ਹੇ ਆ ਕਿੰਨੇ ਕ ਆਪਣੇ ਹਿਰਦੇ 'ਚ ਗਏ, ਕਿੰਨੇ ਕਿੰਨੇ ਕਿਹੜਾ ਸ਼ਬਦ ਪੜ੍ਹਿਆ, ਕਿਹੜੇ ਕਿਹੜੇ ਰਾਗੀ ਸਿੰਘ ਨੇ ਪੜ੍ਹਿਆ, ਇਹ ਵੀ ਚੇਤਾ ਭੁੱਲ ਗਿਆ ਹੋਣਾ। ਭਾਈ ਅਮਨਦੀਪ ਸਿੰਘ ਕਿਹੜਾ ਸ਼ਬਦ ਪੜ੍ਹ ਕੇ ਗਏ ਆ, ਇਹ ਵੀ ਚੇਤਾ ਭੁੱਲ ਗਿਆ ਹੋਣਾ। ਤੇਰਾ ਭਰੋਸਾ ਪਿਆਰੇ ਮੈਂ ਲਾਡ ਲੜਾਇਆ। ਭਾਈ ਭਰਪੂਰ ਸਿੰਘ ਜੀ ਕਿਹੜਾ ਪੜ੍ਹ ਕੇ ਗਏ ਆ, ਕਿਹੜੇ ਕਿਹੜੇ ਰਾਗੀ ਕਿਹੜਾ ਕਿਹੜਾ ਸ਼ਬਦ ਪੜ੍ਹ ਕੇ ਗਏ ਆ, ਉਹ ਚੇਤਾ ਭੁੱਲ ਗਿਆ ਹੋਵੇਗਾ। ਧਿਆਨ ਦੀ ਕਮੀ ਹੈ। ਤੇ ਇੱਕ ਨਾ ਗੁਰਮੁਖ ਬਿਲਕੁਲ ਸਾਦੇ ਜੇ, ਉਹਨਾਂ ਦਾ ਇੱਕ ਬਚਨ ਹੈ, ਉਹ ਕਹਿੰਦੇ ਜਿੰਨਾ ਬਾਣੀ ਦੇ ਵਿੱਚ ਵੜੀ ਜਾਓ, ਬਾਣੀ ਓਨੀ ਤੁਹਾਡੇ ਵਿੱਚ ਵੜੀ ਜਾਏ। ਹੁਣ ਬੋਲਣ ਲੱਗਿਆ ਤੇ 5 ਸਕਿੰਟ ਨਹੀਂ ਲੱਗੇ, ਪਰ ਇਹਦੀ ਕਮਾਈ ਸਾਧ ਸੰਗਤ ਦੀ ਉਹ ਬੜੀ ਵੱਡੀ ਹੈ। ਉਹ ਕਹਿੰਦੇ ਤੁਸੀਂ ਜਿੰਨਾ ਬਾਣੀ ਦੇ ਵਿੱਚ ਖੁਭੋਗੇ ਨਾ, ਬਾਣੀ ਓਨੀ ਤੁਹਾਡੇ ਵਿੱਚ ਪ੍ਰਵੇਸ਼ ਕਰਦੀ ਜਾਵੇ। ਹੁਣ ਬਾਣੀ ਨੇ ਕਿਵੇਂ ਪ੍ਰਵੇਸ਼ ਕਰਨਾ? ਕਈ ਵਾਰੀ ਬੜਾ ਬੜਾ ਲੰਮਾ ਸਮਾਂ ਬੰਦਾ ਲਾ ਦਿੰਦਾ ਹੈ, ਪਰ ਸਾਧ ਸੰਗਤ ਦੀ ਬਾਣੀ ਹਿਰਦੇ ਵਿੱਚ ਨਹੀਂ ਜਾਂਦੀ। ਮਹਾਰਾਜ ਬਾਣੀ ਵਿੱਚ ਕਹਿੰਦੇ ਆ ਨਾ, ਗੁਰੂ ਅਮਰਦਾਸ ਸਾਹਿਬ ਜੀ ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ, ਬਾਣੀ ਤਾਂ ਗਾਵਹੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ ਜਿਨ ਕਉ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ। ਜਿਨ੍ਹਾਂ ਉੱਤੇ ਰੱਬ ਦੀ ਮਿਹਰ ਹੋ ਜਾਂਦੀ ਹੈ ਨਾ, ਇਹ ਬਾਣੀ ਉਹਨਾਂ ਦੇ ਹਿਰਦੇ ਵਿੱਚ ਸਮਾ ਜਾਂਦੀ ਹੈ। ਪਰ ਮਿਹਰ ਜਿਨ੍ਹਾਂ ਉੱਤੇ ਹੁੰਦੀ ਹੈ, ਉਹ ਕਿਵੇਂ ਸੁਣਦੇ ਆ, ਕਿਵੇਂ ਪੜ੍ਹਦੇ ਆ, ਇਹਨੂੰ ਹੁਣ ਧਿਆਨ ਨਾਲ ਵਾਚਣ ਵਾਲਾ ਵਿਸ਼ਾ ਹੈ। ਪਿਛਲੀ ਵਾਰੀ ਬਾਬਾ ਜੀ ਨੇ ਸ਼ਬਦ ਪੜ੍ਹਿਆ ਤੇ ਸ਼ਬਦ ਦੇ ਅਰਥ ਵੀ ਕੀਤੇ ਸਨ। ਜਿਨ੍ਹਾਂ ਪ੍ਰੇਮੀਆਂ ਨੇ ਸੁਣਿਆ ਉਹਨਾਂ ਨੂੰ ਚੇਤਾ ਹੋਏਗਾ, ਨਾਦ ਸਮਾਇਓ, ਇਹ ਸ਼ਬਦ ਮਹਾਰਾਜ ਨੇ ਪੜ੍ਹਿਆ ਸੀ ਵੀ, ਵਾਹਿਗੁਰੂ ਬਾਬਾ ਜੀ ਨੇ ਪੜ੍ਹਿਆ ਸੀ ਵੀ ਅੰਦਰ ਨਾਦ ਸਮਾ ਗਿਆ, ਬਾਣੀ ਸਮਾ ਗਈ। ਕਦੋਂ? ਜਦੋਂ ਸਤਿਗੁਰੂ ਨਾਲ ਭੇਟਾ ਹੋਈ, ਮਿਲਾਪ ਹੋਇਆ। 5 ਗਿਆਨ ਇੰਦਰੇ ਨੇ ਤੇ 5 ਕਰਮ ਇੰਦਰੇ ਨੇ। ਮਾਫ ਕਰਿਓ, ਇਹ ਗੱਲਾਂ ਯਾਦ ਕਰਨੀਆਂ, ਚੇਤੇ ਵਿੱਚ ਰੱਖਣੀਆਂ ਥੋੜੀਆਂ ਔਖੀਆਂ ਹੁੰਦੀਆਂ ਨੇ, ਪਰ ਜੇ ਧਿਆਨ ਦਿਓਗੇ ਨਾ ਫਿਰ ਹੋ ਜਾਏਗਾ। ਉਂਝ ਯਾਦ ਕਰਨੀਆਂ, ਚੇਤੇ ਵਿੱਚ ਰੱਖਣੀਆਂ ਔਖੀਆਂ ਨੇ। 5 ਸਾਡੇ ਸਰੀਰ ਦੇ ਗਿਆਨ ਇੰਦਰੇ ਨੇ, 5 ਸਾਡੇ ਸਰੀਰ ਦੇ ਕਰਮ ਇੰਦਰੇ ਨੇ। ਭਾਵੇਂ ਕੋਈ ਅੰਗਰੇਜ਼ ਹੋਵੇ, ਗੋਰਾ ਹੋਵੇ, ਕਾਲਾ ਹੋਵੇ, ਇਸ ਦੇਸ਼ ਦਾ ਹੋਵੇ, ਸਾਰੇ ਜਿੰਨੇ ਮਨੁੱਖ ਨੇ ਸਾਰਿਆਂ ਦੇ ਸਰੀਰ ਦੀ ਇਹ ਕਿਰਿਆ ਬਰਾਬਰ ਹੈ। ਕੀ ਹੈ? ਸਾਡੇ ਸਰੀਰ ਦੇ 5 ਕਰਮ ਇੰਦਰੇ, ਕੰਮ ਕਰਨ ਵਾਲੇ। ਹੱਥ ਹੈ, ਪੈਰ ਹੈ, ਮੁਖ ਹੈ, ਜਨਨ ਇੰਦਰੀ ਹੈ, ਮਲ ਦੁਆਰ ਹੈ। ਇਹ ਸਾਡੇ ਸਰੀਰ ਦੇ 5 ਕਰਮ ਇੰਦਰੇ ਨੇ, ਤੇ 5 ਹੀ ਸਾਡੇ ਸਰੀਰ ਦੇ ਗਿਆਨ ਇੰਦਰੇ ਨੇ। ਗਿਆਨ ਇੰਦਰੀਆਂ ਨੂੰ ਗਿਆਨ ਇੰਦਰੇ ਕਿਉਂ ਕਹਿੰਦੇ ਆ? ਬੜੇ ਧਿਆਨ ਨਾਲ ਸੁਣਿਓ। ਇਹਨਾਂ ਨੂੰ ਗਿਆਨ ਇੰਦਰੇ ਇਸ ਕਰਕੇ ਕਹਿੰਦੇ ਆ ਕਿਉਂਕਿ ਇਹਨਾਂ ਤੋਂ ਸਾਨੂੰ ਬਾਹਰ ਜੋ ਹੋ ਰਿਹਾ ਹੈ, ਸਾਡੀ ਆਤਮਾ ਨੂੰ ਗਿਆਨ ਹੁੰਦਾ। ਆਤਮਾ ਤੇ ਅੰਦਰ ਲੁਕੀ ਹੈ, ਪਿੰਜਰੇ ਵਿੱਚ, ਤੇ ਉਹਨਾਂ ਨੂੰ ਗਿਆਨ, ਆਤਮਾ ਨੂੰ ਗਿਆਨ ਇੰਦਰੀਆਂ ਰਾਹੀਂ ਕੁਝ ਪਹੁੰਚਦਾ।
ਗਿਆਨ ਇੰਦਰੇ ਪੰਜ ਕਿਹੜੇ ਆ? ਸਭ ਤੋਂ ਪਹਿਲਾਂ ਸਾਡੀਆਂ ਅੱਖਾਂ ਨੇ। ਸਭ ਤੋਂ ਪਹਿਲਾਂ ਗਿਆਨ ਇੰਦਰ ਹੈ। ਅੱਖਾਂ ਵੇਖਦੀਆਂ ਨੇ, ਆਤਮਾ ਤੱਕ ਪਤਾ ਲੱਗਦਾ ਹੈ। ਅੱਖਾਂ ਵੇਖ ਰਹੀਆਂ, ਦਰਸ਼ਨ ਕਰ ਰਹੀਆਂ ਨੇ, ਕਿੰਨੇ ਸਰੀਰ ਗੁਰੂ ਕੀ ਸੰਗਤ ਵਿੱਚ ਬੈਠੇ ਆ, ਆਤਮਾ ਨੂੰ ਤਾਂ ਪਤਾ ਲੱਗਦਾ। ਇੱਕ ਸਾਡਾ ਗਿਆਨ ਇੰਦਰ ਹੈ, ਸਾਡੇ ਕੰਨ ਸੁਣਦੇ ਆ। ਇੱਕ ਗਿਆਨ ਇੰਦਰ ਹੈ ਸਾਡੀ ਜੀਭ, ਇੱਕ ਹੈ ਨੱਕ। ਇੱਕ ਜਿਹੜਾ ਸਭ ਤੋਂ ਲੰਮਾ ਚੌੜਾ ਗਿਆਨ ਇੰਦਰ ਹੈ ਨਾ, ਉਹ ਹੈ ਸਾਡੀ ਚਮੜੀ। ਅੱਖ ਗਿਆਨ ਕਰਾਉਂਦੀ ਹੈ ਕੀ ਹੈ ਬਾਹਰ, ਸੰਸਾਰ ਵਿਖਾਉਂਦੀ ਹੈ। ਕੰਨਾਂ ਨਾਲ ਸੁਣਦੇ ਆ, ਕੁਝ ਪਤਾ ਲੱਗਦਾ ਹੈ। ਜੀਭ ਦਾ ਕੀ ਕੰਮ? ਮੰਨ ਲਓ ਹੱਥਾਂ ਤੇ ਚੌਲ ਬਣਾ ਕੇ ਰੱਖੇ ਆ, ਬਿਲਕੁਲ ਸਾਦੀ ਜੀ ਉਦਾਹਰਣ ਦੇ ਰਿਹਾ ਹਾਂ। ਹੱਥਾਂ ਉੱਤੇ ਚੌਲ ਬਣਾ ਕੇ ਰੱਖੇ, ਇਹ ਨਹੀਂ ਪਤਾ ਵੀ ਮਿੱਠੇ ਨੇ ਜਾਂ ਲੂਣੇ ਨੇ। ਹੱਥਾਂ ਦੀ ਪਏ ਹੈ, ਹੱਥਾਂ ਦੀ ਤਲੀ ਤੇ ਹੈ, ਪਰ ਉਹਨਾਂ ਦਾ ਸਵਾਦ ਨਹੀਂ ਪਤਾ ਲੱਗਦਾ। ਸਵਾਦ ਦਾ ਉਦੋਂ ਹੀ ਪਤਾ ਲੱਗਣਾ ਜਦੋਂ ਜੀਭ ਉੱਤੇ ਰੱਖਣੇ ਆ। ਔਰ ਜੀਭ ਤੇ ਵੀ ਉੱਤੇ ਰੱਖਿਆ ਪਤਾ ਲੱਗਦਾ, ਥੱਲੇ ਰੱਖਿਆ ਜੀਭ ਦੇ ਸਵਾਦ ਦਾ ਨਹੀਂ ਪਤਾ ਲੱਗਦਾ। ਹੁਣ ਹੈ ਤੇ ਵਾਹਿਗੁਰੂ ਨੇ, ਪਰਮੇਸ਼ਰ ਜੀ ਨੇ ਚਮੜੀ ਬਣਾਈ ਹੈ ਜੀਭ ਵੀ ਉਹੋ ਹੀ ਹੈ, ਬਾਕੀ ਸਰੀਰ ਵੀ ਉਹ ਹੈ। ਪਰ ਬਾਕੀ ਸਰੀਰ ਦੇ ਕਿਸੇ ਹਿੱਸੇ ਤੇ ਕੋਈ ਪਦਾਰਥ ਰੱਖ ਕੇ ਵੇਖ ਲੋ, ਸਾਨੂੰ ਸਵਾਦ ਦਾ ਨਹੀਂ ਪਤਾ ਲੱਗੇਗਾ। ਜੀਭ ਉੱਤੇ ਵਾਹਿਗੁਰੂ ਨੇ ਐਸੀ ਕਲਾ ਰੱਖੀ ਹੈ, ਪਰਮੇਸ਼ਰ ਨੇ, ਮਾਲਕ ਤਾਂ ਉਹੀ ਹੈ ਨਾ ਸਰੀਰ ਦਾ। ਜੀਭ ਉੱਤੇ ਰੱਖਦਿਆਂ ਸਾਰ ਪਤਾ ਲੱਗ ਜਾਂਦਾ ਹੈ ਖੱਟਾ ਹੈ, ਮਿੱਠਾ ਹੈ, ਲੂਣਾ ਹੈ, ਕਿਹੜਾ ਹੈ। ਜੀਭ ਦੇ ਥੱਲੇ ਰੱਖਿਆ ਵੀ ਨਹੀਂ ਪਤਾ ਲੱਗਦਾ। ਜੀਭ ਕੀ ਆ? ਜੀਭ ਗਿਆਨ ਇੰਦਰ ਹੈ। ਤੇ ਪਿਆਰਿਓ, ਤਿੰਨ ਜਿਹੜੇ ਇੰਦਰੇ ਆ ਨਾ ਸਾਡੇ ਸਰੀਰ ਦੇ, ਤਿੰਨ ਹਿੱਸੇ ਜਿਹੜੇ ਆ ਵਾਹਿਗੁਰੂ, ਤਿੰਨ ਅੰਗ ਜਿਹੜੇ ਆ, ਸਤਿਗੁਰੂ ਨੇ ਆਖਿਆ ਤੂੰ ਇਹਨਾਂ ਤਿੰਨ ਅੰਗਾਂ ਨੂੰ ਸਾਧ ਲੈ, ਨਾਮ ਵੀ ਅੰਦਰ ਚਲੇ ਜਾਏਗਾ, ਬਾਣੀ ਵੀ ਅੰਦਰ ਚਲੇ ਜਾਏਗੀ। ਉਹ ਤਿੰਨ ਇੰਦਰੇ ਕਿਹੜੇ ਆ? ਤੁਸੀਂ ਬਾਣੀ ਪੜ੍ਹਨ ਵਾਲੇ ਗੁਰਮੁਖ ਪਿਆਰੇ ਬੈਠੇ ਚ, ਤਿੰਨ ਇੰਦਰੀਆਂ ਵਿੱਚੋਂ ਪਹਿਲਾ ਇੰਦਰਾ ਜਿਹੜਾ ਮੇਨ ਹੈ, ਉਹ ਸਾਡੀਆਂ ਅੱਖਾਂ ਨੇ। ਤੇ ਪਿਆਰਿਓ, ਮਹਾਰਾਜ ਨੇ ਅੱਖਾਂ ਸਾਧਣ ਵਾਸਤੇ ਆਖਿਆ। ਗੰਦਗੀ ਜਿਹੜੀ ਹੈ ਨਾ, ਅੱਖਾਂ ਰਾਹੀਂ ਸਾਡੇ ਅੰਦਰ ਜਾਂਦੀ ਹੈ। ਕਈ ਵਾਰੀ ਮੈਲਾ ਦ੍ਰਿਸ਼ ਕੋਈ ਵੇਖਦਾ, ਕੋਈ ਮੈਲੀ ਨਿਗਾਹ ਨਾਲ ਕਿਸੇ ਨੂੰ ਵੇਖ ਲੈਂਦਾ। ਪਿਆਰਿਓ, ਕੱਲਾ ਵੀ ਬੈਠਾ ਹੋਵੇ, ਉਹ ਸੀਨ ਅੱਖਾਂ ਅੱਗੇ ਚੱਲਣਗੇ, ਉਹ ਦ੍ਰਿਸ਼ ਅੱਖਾਂ ਅੱਗੇ ਚੱਲਦੇ ਆ। ਇਹਦਾ ਮਤਲਬ ਉਹ ਜਿਹੜੀ ਮੈਲ ਹੈ ਅੱਖਾਂ ਰਾਹੀਂ ਸਾਡੇ ਅੰਦਰ ਗਈ ਹੈ। ਤੇ ਰੱਬ ਦੇ ਪਿਆਰੇ ਮਹਾਂਪੁਰਖ ਦੱਸਦੇ, ਉਹ ਕਹਿੰਦੇ ਭਲਿਆ ਜੇ ਮੈਲ ਅੱਖਾਂ ਰਾਹੀਂ ਅੰਦਰ ਗਈ ਹੈ ਨਾ, ਤੇ ਚੇਤੇ ਰੱਖ ਬਾਣੀ ਵੀ ਅੱਖਾਂ ਰਾਹੀਂ ਅੰਦਰ ਜਾਂਦੀ ਹੈ। ਉਹ ਕਿਵੇਂ? ਫਿਰ ਧਿਆਨ ਨਾਲ ਸੁਣਿਓ। ਕੋਈ ਮੈਲਾ ਦ੍ਰਿਸ਼ ਜੇ ਕਿਤੇ ਅੱਖਾਂ ਵਿੱਚ ਫਿੱਟ ਹੋਵੇ, ਬੰਦਾ ਵੇਖ ਲੇਵੇ, ਉਹ ਮੁੜ ਉਹੀ ਚੇਤੇ ਆਏਗਾ। ਤੇ ਜਿਹੜੇ ਬਾਣੀ ਪੜ੍ਹਦੇ, ਬਾਣੀ ਵਾਹਿਗੁਰੂ ਅੱਖਾਂ ਰਾਹੀਂ ਬਾਣੀ ਅੰਦਰ ਕਿਵੇਂ ਜਾਂਦੀ ਸਾਡੇ ਸਰੀਰ ਦੇ ਵਿੱਚ? ਜਿਹੜੇ ਬਾਣੀ ਪੜ੍ਹਦੇ ਆ ਨਾ, ਉਹਨਾਂ ਨੂੰ ਪਤਾ ਹੈ। ਕਈ ਵਾਰੀ ਇੱਕ ਪੋਥੀ ਸਾਹਿਬ ਤੋਂ ਪਾਠ ਕਰੋ, ਤੁਸੀਂ ਨਿਤਨੇਮ ਕਰੋ, 5 ਸਾਲ ਲਾ ਲਓ। ਇੱਕ ਪੋਥੀ ਸਾਹਿਬ ਤੋਂ ਨਿਤਨੇਮ ਕਰਦੇ ਰਹੋ, ਤੇ 5 ਸਾਲਾਂ ਵਿੱਚ ਤੁਹਾਨੂੰ ਮੰਨ ਲਓ ਸਾਰਾ ਨਿਤਨੇਮ ਕੰਠ ਹੋ ਗਿਆ। ਤੇ ਵੇਖਿਓ, ਧਿਆਨ ਦਿਓ, 5 ਸਾਲਾਂ ਬਾਅਦ ਜਦੋਂ ਅੱਖਾਂ ਬੰਦ ਕਰਕੇ ਬਾਣੀ ਪੜੋਗੇ, ਬੰਦ ਅੱਖਾਂ ਦੇ ਵਿੱਚ ਪੋਥੀ ਸਾਹਿਬ ਦਾ ਪ੍ਰਕਾਸ਼ ਆਪੇ ਹੋ ਜਾਏਗਾ। ਗੱਲ ਫਿਰ ਧਿਆਨ ਨਾਲ ਸੁਣਿਓ। ਬੰਦ ਅੱਖਾਂ ਵਿੱਚ ਪੋਥੀ ਸਾਹਿਬ ਦਾ ਪ੍ਰਕਾਸ਼ ਹੋਏਗਾ। ਕਿਵੇਂ? ਉਹ ਜਿਹੜੇ ਗੁਟਕਾ ਸਾਹਿਬ ਦੇ ਅੱਖਰ ਨੇ, ਜਿਨ੍ਹਾਂ ਤੋਂ ਬਾਣੀ ਯਾਦ ਕੀਤੀ ਹੈ ਨਾ, ਅੱਖਾਂ ਬੰਦ ਕਰੋ, ਉਹ ਬਾਣੀ ਦੀਆਂ ਪੰਕਤੀਆਂ ਜਿਹੜੀਆਂ ਉਹ ਅੱਖਾਂ ਦੇ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੀਆਂ। ਇਹਦਾ ਮਤਲਬ ਇਹ ਹੈ ਵੀ ਬਾਣੀ ਅੱਖਾਂ ਰਾਹੀਂ ਵੀ ਸਾਡੇ ਅੰਦਰ ਜਾਂਦੀ ਹੈ। ਤਿੰਨ ਇੰਦਰੀਆਂ ਬਾਰੇ ਮੈਂ ਪਹਿਲਾਂ ਬੇਨਤੀ ਕੀਤੀ ਸੀ। ਮਹਾਰਾਜ ਨੇ ਆਖਿਆ ਤਿੰਨ ਇੰਦਰੇ ਪਿਆਰਿਆ ਸਾਧ ਲੈ, ਬਾਣੀ ਅੰਦਰ ਜਾਏਗੀ, ਬਾਣੀ ਅੰਦਰ ਵਸੇਗੀ। ਉਹ ਪਹਿਲਾ ਇੰਦਰਾ ਇਹ ਨੇਤਰ ਹੋ ਮੇਰੇ ਹੋ। ਗੁਰੂ ਅਮਰਦਾਸ ਸਾਹਿਬ ਜੀ ਨੇ ਵੀ
ਆਨੰਦ ਸਾਹਿਬ ਵਿੱਚ ਸਰੀਰ ਦੇ ਇਹਨਾਂ 3 ਅੰਗਾਂ ਦੇ ਉੱਤੇ ਜ਼ੋਰ ਦਿੱਤਾ। ਇੱਕ ਇਹ ਨੇਤਰ ਹੋ ਮੇਰੇ ਹੋ, ਇੱਕ ਸਤਿਗੁਰਾਂ ਨੇ ਜ਼ੋਰ ਦਿੱਤਾ ਇਹ ਰਸਨਾ ਤੂੰ ਅਨਰਸ ਰਾਜ ਰਹੀ। ਇੱਕ ਜੀਭ ਦੇ ਉੱਤੇ ਜ਼ੋਰ ਦਿੱਤਾ, ਇੱਕ ਸਤਿਗੁਰਾਂ ਨੇ ਕੰਨਾਂ ਉੱਤੇ ਜ਼ੋਰ ਦਿੱਤਾ। ਮਹਾਰਾਜ ਨੇ ਆਖਿਆ ਇਹ ਸਰਵਣ ਹੋ ਮੇਰੇ ਹੋ, ਸਾਚਾ ਸੁਣਨਾ ਨੋ ਪਠਾਏ। ਕਿਹੜੇ 3 ਹਿੱਸੇ ਹੋ ਗਏ? ਅੱਖ, ਕੰਨ ਤੇ ਜੀਭ। ਅੱਖਾਂ ਰਾਹੀਂ ਵੀ ਸਤਿਗੁਰਾਂ ਦੀ ਬਾਣੀ ਅੰਦਰ ਜਾਂਦੀ, ਕੰਨਾਂ ਰਾਹੀਂ ਵੀ ਜਾਂਦੀ ਹੈ। ਤੇ ਪਹਿਲਾਂ ਤੇ ਕੰਨਾਂ ਰਾਹੀਂ ਗੰਦਗੀ ਵੀ ਅੰਦਰ ਜਾਂਦੀ ਹੈ, ਨਿੰਦਿਆ ਵੀ ਜਾਂਦੀ ਹੈ। ਕੋਈ ਕਿਸੇ ਨੂੰ ਬੁਰਾ ਆਖੇ, ਕੰਨ ਬੜਾ ਸਵਾਦ ਲੈਂਦੇ ਆ। ਕੰਨਾਂ ਰਾਹੀਂ ਨਿੰਦਿਆ ਅੰਦਰ ਜਾਂਦੀ। ਨਿੰਦਿਆ ਕੀ ਹੈ? ਮੈਲ ਹੈ, ਗੰਦਗੀ ਹੈ। ਤੇ ਜੇ ਮੈਲ ਕੰਨਾਂ ਰਾਹੀਂ ਅੰਦਰ ਜਾਂਦੀ ਹੈ ਪਿਆਰਿਓ, ਬਾਣੀ ਵੀ ਕੰਨਾਂ ਰਾਹੀਂ ਅੰਦਰ ਜਾਂਦੀ ਹੈ। ਕਿਵੇਂ? ਤੁਸੀਂ ਧਿਆਨ ਨਾਲ ਬੈਠ ਕੇ ਕੀਰਤਨ ਸੁਣੋ ਤੇ ਮੰਨ ਲਓ ਅਜੇ ਵੀ ਤੁਹਾਨੂੰ ਪ੍ਰੇਮੀਆਂ ਨੂੰ ਬਾਬਾ ਜੀ ਦੀਆਂ ਕਈ ਰੀਤਾਂ ਚੇਤੇ ਹੋਣਗੀਆਂ। 15-15 ਸਾਲ ਪਹਿਲਾਂ ਜਿਹੜੀ ਰੀਤ ਸੁਣੀ ਉਹ ਚੇਤੇ ਹੋਏਗੀ। ਉਹ ਕਿਵੇਂ ਅੰਦਰ ਗਈ? ਗੁਰਬਾਣੀ ਦੀ ਜਿਹੜੀ ਰੀਤ ਹੈ, ਗੁਰਬਾਣੀ ਜਿਹੜੀ ਪੜ੍ਹੀ ਹੈ, ਉਹ ਵਿਖੀ ਤੇ ਨਹੀਂ ਰੀਤ, ਉਹ ਸੁਣੀ ਹੈ। ਤੇ 15 ਸਾਲਾਂ ਬਾਅਦ ਵੀ ਬੰਦਾ ਅੱਖਾਂ ਬੰਦ ਕਰ ਲਵੇ ਨਾ, ਉਹ ਜਿਹੜੀ ਰੀਤ ਸੁਣੀ ਸੀ, ਸ਼ਬਦ ਸੁਣਿਆ ਸੀ, ਸ਼ਬਦ ਪੜ੍ਹਨ ਵਾਲਾ ਕਮਾਈ ਵਾਲਾ ਹੋਵੇ, 15 ਸਾਲਾਂ ਬਾਅਦ ਵੀ ਉਹ ਸਾਰਾ ਕੁਝ ਉਵੇਂ ਚੱਲਣ ਲੱਗ ਪੈਂਦਾ। ਇਹਦਾ ਮਤਲਬ ਕੰਨਾਂ ਰਾਹੀਂ ਅੰਦਰ ਗਈ। ਤੇ ਕੋਈ ਵੀ ਵਸਤੂ ਛਕਦੇ ਆ ਤੇ ਪਿਆਰਿਓ, ਉਹ ਵਸਤੂ ਜਿਹੜੀ ਹੈ ਉਹ ਆਪਾਂ ਕਿਹਦੇ ਰਾਹੀਂ ਛਕਦੇ ਆ? ਜੀਭ ਰਾਹੀਂ ਛਕਦੇ ਆ। ਤੇ ਜੇ ਵਸਤੂ ਜੀਭ ਰਾਹੀਂ ਅੰਦਰ ਜਾਂਦੀ ਹੈ ਤੇ ਸੱਚੇ ਪਾਤਸ਼ਾਹ ਕਹਿੰਦੇ ਪਿਆਰਿਆ, ਗੁਰੂ ਦੀ ਬਾਣੀ ਵੀ ਜੀਭ ਰਾਹੀਂ ਅੰਦਰ ਜਾਂਦੀ ਹੈ। ਬਾਕੀ ਜੋ ਮਰਜ਼ੀ ਇਸ ਜੀਭ ਨੂੰ ਖਵਾਈ ਜਾ, ਖਵਾਈ ਜਾ, ਮਹਾਰਾਜ ਕਹਿੰਦੇ ਇਹਨੇ ਨਹੀਂ ਉਹ ਰੱਜਣਾ। ਦੱਸ ਦਿਓ ਜੇ ਅੱਜ ਤੱਕ ਕਿਸੇ ਦੀ ਰੱਜੀ ਹੋਵੇ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਪਰ ਜੇ ਕਿਸੇ ਦੀ ਰੱਜੀ ਤੇ ਪਿਆਰਿਓ, ਉਹਨਾਂ ਦੀ ਰੱਜੀ ਜਿਨ੍ਹਾਂ ਨੇ ਨਾਮ ਜਪਿਆ। ਬਾਣੀ ਜੀਭ ਰਾਹੀਂ ਅੰਦਰ ਜਾਂਦੀ। ਜਿੰਨਾ ਬਾਣੀ ਦਾ ਅਭਿਆਸ ਕਰੋਗੇ ਨਾ, ਉਨੀ ਬਾਣੀ ਜੀਭ ਰਾਹੀਂ, ਕੰਨਾਂ ਰਾਹੀਂ, ਅੱਖਾਂ ਰਾਹੀਂ ਸਾਡੇ ਸਰੀਰ ਵਿੱਚ ਪ੍ਰਵੇਸ਼ ਹੁੰਦੀ ਜਾਏਗੀ। ਤੇ ਸਾਰ ਕਿਤਾਬਲੀ ਗ੍ਰੰਥ 'ਚ ਨਾ ਇੱਕ ਗੱਲ ਲਿਖੀ ਹੈ। ਉਹ ਲਿਖਦੇ ਆ, ਵਿਦਿਆ ਬੱਚੇ ਪੜ੍ਹਦੇ ਆ ਤੇ ਕੋਈ ਲੈਸਨ ਯਾਦ ਕਰਨਾ ਹੋਵੇ, ਬਾਰ-ਬਾਰ ਪੜ੍ਹਦੇ ਆ, ਬਾਰ-ਬਾਰ ਚੇਤੇ ਕਰਦੇ ਆ। ਉਹ ਲਿਖਦੇ ਸਹਸ ਗੁਣਾ ਵਿਦਿਆ ਵਧੇ, ਪੁਨਾ ਪੁਨਾ ਅਭਿਆਸ। ਬਾਰ-ਬਾਰ ਪੜੋ, ਬਾਰ-ਬਾਰ ਪੜੋ, ਬਾਰ-ਬਾਰ ਪੜੋ, ਵਿਦਿਆ ਵੱਧ ਜਾਏਗੀ। ਬਾਰ-ਬਾਰ ਬਾਣੀ ਪੜੋ, ਬਾਣੀ ਪੜੋ, ਬਾਣੀ ਦਾ ਅਭਿਆਸ ਕਰੋ, ਵਾਹਿਗੁਰੂ ਵਾਹਿਗੁਰੂ ਕਰੋ। ਪਿਆਰਿਓ, ਉਹ ਵੀ ਅੰਦਰ ਵਸ ਜਾਂਦਾ ਹੈ। ਤੇ ਮਹਾਰਾਜ ਨੇ ਤਿੰਨਾਂ ਨੂੰ ਸਾਧਣ ਵਾਸਤੇ ਕਿਹਾ। ਸਭ ਤੋਂ ਪਹਿਲਾਂ ਜੀਵ ਨੂੰ ਸਾਧਣ ਵਾਸਤੇ ਕੀ ਕਿਹਾ? ਮਹਾਰਾਜ ਕਹਿਣ ਲੱਗੇ ਮਿਥਿਆ ਨਾਹੀ ਰਸਨਾ ਪਰਸ। ਸੁਖਮਣੀ ਸਾਹਿਬ ਜੀ ਦੀ 9ਵੀਂ ਅਸ਼ਟਪਦੀ ਦਾ ਪਹਿਲਾ ਪਦਾ 'ਚ ਬਾਣੀ ਮਹਾਰਾਜ ਜੀ ਦੀ ਚੱਲ ਰਹੀ ਹੈ। ਸੁਖਮਣੀ ਸਾਹਿਬ 9ਵੀਂ ਅਸ਼ਟਪਦੀ ਦਾ ਪਹਿਲਾ ਪਦਾ ਹੈ। ਉਹਦੇ ਵਿੱਚ ਵੀ ਇਹਨਾਂ ਤਿੰਨਾਂ ਅੰਗਾਂ ਦੀ ਗੱਲ ਸਤਿਗੁਰਾਂ ਨੇ ਕੀਤੀ। ਉਹ ਕਿਹੜੇ? ਸਭ ਤੋਂ ਪਹਿਲਾਂ ਰਸਨਾ। ਰਸਨਾ ਜੀਭ ਕੀ ਕਰਦੀ ਹੈ? ਝੂਠ ਬੋਲਦੀ ਹੈ। ਮਹਾਰਾਜ ਮੈਂ ਝੂਠ ਬੋਲਦਾ। ਗੁਰੂ ਅਰਜਨ ਸਾਹਿਬ ਨੂੰ ਕਿਸੇ ਨੇ ਕਿਹਾ, ਮਹਾਰਾਜ ਮੈਂ ਕੀ ਕਰਦਾ? ਝੂਠ ਬੋਲਦਾ। ਤੇ ਮਹਾਰਾਜ ਸੱਚੇ ਪਾਤਸ਼ਾਹ, ਝੂਠ ਬੋਲਣ ਦੀ ਆਦਤ ਨਹੀਂ ਜਾਂਦੀ। ਜੀਭ ਇਹ ਮਾੜਾ ਕੰਮ ਕਰਦੀ ਹੈ, ਬਾਣੀ ਪੜ੍ਹਦਿਆਂ ਵੀ ਝੂਠ ਬੋਲਦੀ ਹੈ। ਤੇ ਮਹਾਰਾਜ ਕਹਿਣ ਲੱਗੇ ਫਿਰ ਇੱਕ ਕੰਮ ਕਰ, ਜਿਨ੍ਹਾਂ ਰੱਬ ਦੇ ਪਿਆਰਿਆਂ ਨੂੰ ਰੱਬ ਦੇ ਦਰਸ਼ਨਾਂ ਦੀ ਪਿਆਸ ਹੈ ਨਾ, ਉਹਨਾਂ ਦੀ ਸੰਗਤ ਵਿੱਚ ਚਲੇ ਜਾ, ਤੇਰੀ ਜੀਭ ਝੂਠ ਨਹੀਂ ਬੋਲੇਗੀ। ਮਿਥਿਆ ਨਾਹੀ ਰਸਨਾ ਪਰਸ, ਮਨ ਮਹਿ ਪ੍ਰੀਤ ਨਿਰੰਜਨ ਦਰਸ।
महाराज मैं पराई इस्त्री दा रूप वेखदा। महाराज कहंदे परतरिया रूप ना पेखै नेत्र नहीं वेखना। अखां विच दोष है, ये दोष सही होएगा बाणी अंदर जाएगी। ये दोष किवें सही होएगा? महाराज कहंदे साध की टहल संत संग हेत। फिर साधु दी संगत कर, संतां दी संगत नाल प्यार कर, अखां माड़ा नहीं वेखणगियां, माड़ा नहीं तकणगियां। बड़े बड़े विगड़े सिद्धे हो जाते साधु दी संगत कीते। ते महाराज मैनू ते कोई जदों निंदिया सुणाउंदा ते मेरे कन आनंद ही बड़ा लैंदे आ। महाराज कहंदे ना ना करन ना सुनै काहू की निंदा। महाराज मैं किवें हटां? ते गुरु अर्जन साहब किरपा करदे। महाराज कहंदे जदों कोई निंदिया करन लगदा है ना, उहनूं आख्या कर भरावा मैं ते आप ही बड़ा माड़ा है। करन ना सुनै काहू की निंदा, सब ते जानै आपस को मंदा। जीभ अखां ते कन बस जदों बाणी पढ़दी है इन्हां वल ध्यान रखना है। प्यार नाल बाणी दे दर्शन करने हैं। जो मुख तो बोल रहे हो उन्होंने कन्ना तो सरवण करना है। ते प्यारिओ सहजे 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 पढ़ी हुई बाणी जिहड़ी है ना वो साडे अंदर वसण लग पैंदी। ते कई बड़ी अगे च दरबार साहब दे कीर्तनीए ने बड़ा लम्मा समा उन्हां कीर्तन कीता। भाई गुरमेज सिंह जी वो उन्हां दे नेत्र नहीं सन। ते हुण भी एक कीर्तनीए ने हरमंदर साहब विच भाई लखविंदर सिंह जी, उन्हां दे नेत्र नहीं हन, वो सूरमे हन। हुण उन्हां ने बाणी दे दर्शन ते नहीं कीते, अखां राही नहीं वेखी, पर कन्ना तो इस तरीके नाल उन्हां ने बाणी सुनी। सुन सुन के वो बाणी याद कर लेंदे। ते सानू अखां वालियां नूं नहीं याद हुंदी। उन्हां नूं वेखो दरबार साहब कीर्तन करना है, आसा दी वार जुबानी करनी, शब्द कीर्तन जिन्ने शब्द पढ़ने हैं जुबानी पढ़ने हैं। तो तुसीं अंदाजा लाओ भी उन्हां नूं नज़र नहीं आउंदा, दिसदा नहीं है। पर गुरु रामदास जी की किरपा इन्नी सुन सुन के उन्हें याद कर लिया। ते भाई गुरमेज सिंह जी ने ते बड़ा वधिया एक कारज कीता। ब्रेल लिपि हुंदी है, एक ब्रेल लिपि जिन्हां नूं दिसदा नहीं है ना, जिन्हां नूं आपां गुरमुखी च सूरमे कहने हैं, वो छू छू के पढ़ते हैं अखरां नूं। 14 पोथियां विच धन गुरु ग्रंथ साहिब जी का सारा स्वरूप भाई गुरमेज सिंह जी ने आप ब्रेल लिपि दे विच साध संगत दी छाप दिता जी। हुण तुसीं अंदाजा लाओ भी नेत्र तां है नहीं, पर उन्होंने दूजियां वास्ते काम किया। 14 पोथियां विच सतगुरां दा स्वरूप ही लिख दिता ब्रेल लिपि च। जिन्हों जिहदे नेत्र नहीं है पर बाणी दे दर्शन करना चाहुंदा है, सतगुरु दी बाणी पढ़ना चाहुंदा है, वो इस ब्रेल लिपि तो पढ़दा। और पहले सिख होए है इतिहास विच जिन्हां ने यह कारज किया। चलो कोई अखां वाला करदा ब्रेल लिपि च तैयार करदा मन लेंदे, तैयार भी उन्हें किया जिहदियां अखां है ही नहीं। इहदा मतलब बाणी अंदर गई। और अज भी जदों वो कीर्तन करते हैं ना, बड़ी उच्चे सुर च कीर्तन करते हैं। एक शब्द उन्हां दा बड़ा प्रचलित होया सी, बिन भागा सतसंग ना लभै, बिन संगत मैल भरीजै जियो। तो वो धुन आप सबना दे अंदर होएगी। जिवें उन्हां वो शब्द जिवें पढ़ते सीगे, वो रीत जिहड़ी है साडे अंदर वसी होई है। बाणी किन्ना किन्ना ते मेहर कर देते। इस करके महाराज अगे अरदास करया करिए बाणी साडे हिरदे च बसे। ਉਹਦੇ वास्ते पहला बाहर दा शरीर जिहड़ा है ये साधना पैंदा है। जदों ये साधिया जाता है फिर बाणी हौली हौली हिरदे विच वसदी है। ते आओ हुण बड़े प्यार नाल ना 2 मिनट गुरमंत्र दा जाप करना। फिर भाई जसबीर सिंह जी एक शब्द पढ़नगे, उपरंत बाबा जी उन्हां आप जी ते दर्शन करने हैं।
ਨੇਤਰ ਕਰ ਲਈਏ ਬੰਦ, ਜੀਭ ਤੋਂ ਉਚਾਰਨ ਕਰਨਾ ਤੇ ਕੰਨਾਂ ਤੋਂ ਸੁਣਨਾ ਹੈ। ਇਹਦੇ ਵਾਸਤੇ ਪਹਿਲਾਂ ਸਿੱਧੇ ਹੋ ਕੇ ਬਹਿਣਾ ਪੈਣਾ, ਸਾਵਧਾਨ ਹੋਣਾ ਪੈਣਾ। ਜੀਭ ਤੋਂ ਉਚਾਰਨ ਕਰਨਾ, ਕੰਨਾਂ ਤੋਂ ਸਰਵਣ ਕਰਨਾ, ਤੇ ਹੌਲੀ ਹੌਲੀ ਫਿਰ ਜਪਿਆ ਹੋਇਆ ਹੈ ਜਿਹੜਾ ਸਾਧ ਸੰਗਤ ਜੀ, ਉਹ ਮਨੁੱਖ ਦੇ ਅੰਦਰ ਦਾ ਹਿੱਸਾ ਬਣ ਜਾਂਦਾ ਜੀ। ਸੋ ਬੜੇ ਪ੍ਰੇਮ ਨਾਲ ਆਪਾਂ ਸਾਰੇ 2 ਮਿੰਟ ਜਪ ਲਈਏ। ਸਤਿਕਾਰਯੋਗ ਬਾਬਾ ਜੀ ਨੇ ਆਪ ਜੀ ਦੇ ਦਰਸ਼ਨ ਕਰਨੇ ਆ। ਪ੍ਰੇਮ ਨਾਲ ਗੱਜ ਕੇ ਕਹੋ ਜੀ, ਵਾਹਿਗੁਰੂ 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 ਵਾਹਿਗੁਰੂ। ਹੋਈਆਂ ਭੁੱਲਾਂ ਚੁੱਕਾਂ ਤੇ ਵਾਹਿਗੁਰੂ 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 ਵਾਹਿਗੁਰੂ